ਮੇਰੀਆਂ 7 ਬੇਟੀਆਂ ਸੀ ਅਤੇ ਸੱਤੇ ਹੀ ਇੰਨੇ ਕਾਲੇ ਰੰਗ ਦੀਆਂ ਕਿ ਕਿਤੇ ਵੀ ਉਹਨਾਂ ਦਾ ਰਿਸ਼ਤਾ ਨਹੀਂ ਹੁੰਦਾ ਸੀ। ਮੈਂ ਬਹੁਤ ਪਰੇਸ਼ਾਨ ਸੀ। ਇੱਕ ਦਿਨ ਅਚਾਨਕ ਇੱਕ ਔਰਤ ਆਪਣੇ ਜਵਾਨ ਖੂਬਸੂਰਤ 7 ਬੇਟਿਆਂ ਦੇ ਲਈ ਮੇਰੀਆਂ 7 ਬੇਟੀਆਂ ਦਾ ਰਿਸ਼ਤਾ ਲੈ ਗਈ ਅਤੇ ਬੋਲੀ, ਮੈਂ ਤੇਰੀਆਂ 7 ਬੇਟੀਆਂ ਨੂੰ ਆਪਣੀਆਂ ਨੂੰਹਾਂ ਬਣਾਵਾਂਗੀ, ਪਰ ਸ਼ਰਤ ਇਹ ਹੈ ਕਿ ਤੂੰ ਵਿਆਹ ਤੋਂ ਬਾਅਦ ਜਦੋਂ ਬੇਟੀਆਂ ਨੂੰ ਮਿਲਣ ਉਹਨਾਂ ਦੇ ਸਹੁਰੇ ਆਉਣਾ ਤਾਂ ਪਹਿਲਾਂ ਮੈਨੂੰ ਇਤਲਾਹ ਕਰੋਗੀ। ਮੈਂ ਮੰਨ ਗਈ। ਭਲਾ ਮੈਨੂੰ ਕੀ ਇਤਰਾਜ਼ ਹੋਣਾ ਸੀ? ਮਹਿਮਾਨ ਤਾਂ ਦੱਸ ਕੇ ਹੀ ਆਉਂਦੇ ਨੇ। ਇੱਕ ਦਿਨ ਮੈਂ ਫ਼ੋਨ ਕੀਤਾ ਤਾਂ ਕਿਸੇ ਨੇ ਨਾ ਚੁੱਕਿਆ। ਐਦਾਂ ਮੈਂ ਬਿਨਾਂ ਦੱਸੇ ਹੀ ਬੇਟੀਆਂ ਦੇ ਸਹੁਰੇ ਚਲੀ ਗਈ। ਜਿੱਦਾਂ ਹੀ ਅੰਦਰ ਪੈਰ ਰੱਖਿਆ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਅੱਜ ਬਹੁਤ ਖੁਸ਼ ਸੀ ਕਿਉਂਕਿ ਮੇਰੀ ਸਭ ਤੋਂ ਵੱਡੀ ਬੇਟੀ ਸੋਨੀਆ ਦਾ ਰਿਸ਼ਤਾ ਆ ਰਿਹਾ ਸੀ। ਪਰ ਇਹ ਸਭ ਪਹਿਲੀ ਵਾਰ ਨਹੀਂ ਹੋ ਰਿਹਾ ਸੀ। ਇਸ ਤੋਂ ਪਹਿਲਾਂ ਵੀ ਬਹੁਤ ਰਿਸ਼ਤੇ ਆਏ ਅਤੇ ਮੇਰੀ ਬੇਟੀ ਨੂੰ ਠੁਕਰਾ ਕੇ ਚਲੇ ਗਏ ਅਤੇ ਵਜ੍ਹਾ ਸੀ ਮੇਰੀ ਬੇਟੀ ਦਾ ਸਾਂਵਲਾ ਰੰਗ। ਇਸ ਰੰਗ ਨੇ ਉਸ ਦੀ ਹਰ ਖੂਬੀ ਉੱਤੇ ਪਰਦਾ ਪਾ ਦਿੱਤਾ ਸੀ। ਦਿਖਾਈ ਦਿੰਦਾ ਸੀ ਤਾਂ ਸਭ ਨੂੰ ਬਸ ਐਬ ਉਹ ਐਬ ਸੀ ਸਾਂਵਲਾ ਰੰਗ। ਅਤੇ ਹੁਣ ਮੇਰੀ ਬੱਚੀ ਦੀ ਉਮਰ ਵਿੱਚ ਵੀ ਵਾਧਾ ਹੋਈ ਜਾ ਰਿਹਾ ਸੀ। ਹੁਣ ਉਸ ਦੇ ਚਿਹਰੇ 'ਤੇ ਝੁਰੜੀਆਂ ਪੈਣ ਲੱਗ ਪਈਆਂ ਸੀ। ਮੇਰੀ ਇੱਕ ਬੇਟੀ ਹੁੰਦੀ ਤਾਂ ਵੀ ਮੈਨੂੰ ਇਹ ਗਮ ਅੰਦਰੋਂ ਅੰਦਰ ਹੀ ਨਾ ਖਾ ਰਿਹਾ ਹੁੰਦਾ। ਰੱਬ ਨੇ ਤਾਂ ਮੈਨੂੰ 7 ਰਹਿਮਤਾਂ ਦਿੱਤੀਆਂ ਸੀ ਜਿਨ੍ਹਾਂ ਨੂੰ ਜ਼ਮਾਨੇ ਵਾਲਿਆਂ ਨੇ ਜਹਿਮਤਾਂ ਬਣਾ ਦਿੱਤਾ ਸੀ। ਮੇਰੀਆਂ 7 ਬੱਚੀਆਂ ਕਾਲੀਆਂ ਸੀ ਅਤੇ ਮੈਂ ਤਾਂ ਹੁਣ ਕਿਸੇ ਚਮਤਕਾਰ ਨੂੰ ਹੀ ਉਡੀਕ ਰਹੀ ਸੀ। ਹੋਇਆ ਕੁਝ ਐਦਾਂ ਕਿ ਰਿਸ਼ਤੇ ਵਾਲੀ ਔਰਤ ਸਾਡੇ ਘਰ ਆਈ। ਬੜੀ ਤਸੱਲੀ ਨਾਲ ਚਾਹ ਪੀਤੀ, ਪਕਵਾਨ ਖਾਧੇ। ਕਹਿਣ ਦਾ ਮਤਲਬ ਚੰਗੀ ਤਰ੍ਹਾਂ ਪੇਟ ਪੂਜਾ ਕਰਕੇ ਆਖਿਰ ਉਸ ਨੂੰ ਖਿਆਲ ਆ ਹੀ ਗਿਆ ਸੀ ਕਿ ਉਹ ਤਾਂ ਲੜਕੀ ਨੂੰ ਦੇਖਣ ਆਈ ਹੈ। ਉਹ ਔਰਤ ਬੋਲੀ, ਭੈਣ ਬੁਲਾਓ ਨਾ ਆਪਣੀ ਬੇਟੀ ਨੂੰ। ਮੈਂ ਜਲਦੀ ਨਾਲ ਉੱਠ ਕੇ ਕਮਰੇ ਵਿੱਚ ਚਲੀ ਗਈ। ਮੈਂ ਸਜੀ ਸਵਰੀ ਸੋਨੀਆ ਨੂੰ ਆਪਣੇ ਨਾਲ ਬਾਹਰ ਲੈ ਆਈ। ਉਸ ਔਰਤ ਨੇ ਮੇਰੀ ਬੱਚੀ ਨੂੰ ਦੇਖਿਆ ਤੇ ਬੋਲੀ, ਭੈਣ ਮੈਂ ਤਾਂ ਬੱਚੀ ਦਾ ਬੋਲਿਆ ਸੀ, ਪੱਕੀ ਉਮਰ ਦੀ ਲੜਕੀ ਦਾ ਨਹੀਂ। ਦਰਅਸਲ ਮੇਰਾ ਸ਼ਤੀਸ਼ ਤਾਂ ਅਜੇ ਬਹੁਤ ਛੋਟਾ ਹੈ। ਉਸ ਦਾ ਤੇ ਤੁਹਾਡੀ ਬੇਟੀ ਦਾ ਕੋਈ ਮੇਲ ਨਹੀਂ ਬਣਦਾ। ਇਹ ਗੱਲ ਸੁਣਦੇ ਹੀ ਸੋਨੀਆ ਇੱਕਦਮ ਨਾਲ ਗੁੱਸੇ ਨਾਲ ਬੋਲਣ ਲੱਗ ਪਈ ਕਿ ਇਹ ਸਭ ਤਾਂ ਤੁਹਾਨੂੰ ਸਾਡੇ ਘਰ ਮੁਫਤ ਦੀਆਂ ਚੀਜ਼ਾਂ ਖਾਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ। ਲੜਕੇ ਵਾਲਿਆਂ ਨੇ ਤਾਂ ਇਹ ਆਪਣਾ ਵਤੀਰਾ ਹੀ ਬਣਾ ਲਿਆ ਹੈ ਕਿ ਲੜਕੀ ਦੇਖਣ ਜਾਓ, ਗਰੀਬ ਮਾਂ-ਬਾਪ 'ਤੇ ਬੋਝ ਬਣੋ ਅਤੇ ਉਹਨਾਂ 'ਤੇ ਮੂੰਹ 'ਤੇ ਹੀ ਉਹਨਾਂ ਦੀ ਬੇਟੀ ਦੀਆਂ ਕਮੀਆਂ ਗਿਣਵਾ ਕੇ ਬਾਹਰ ਨਿਕਲ ਜਾਓ। ਕੋਈ ਸ਼ਰਮ ਹਿਆ ਨਾਮ ਦੀ ਚੀਜ਼ ਹੈ ਤੁਹਾਡੇ ਵਿੱਚ? ਫਿਰ ਸੋਨੀਆ ਨੇ ਆਪਣੇ ਗੁੱਸੇ ਦਾ ਰੁੱਖ ਰਿਸ਼ਤੇ ਕਰਾਉਣ ਵਾਲੀ ਭੂਆ ਦੇ ਵੱਲ ਕੀਤਾ। ਉਹ ਬੋਲੀ, ਤੁਸੀਂ ਪਿਛਲੇ 7 ਸਾਲਾਂ ਤੋਂ ਮੇਰਾ ਰਿਸ਼ਤਾ ਲੱਭ ਰਹੇ ਹੋ। ਤੁਹਾਨੂੰ ਅਜੇ ਤੱਕ ਪਤਾ ਹੀ ਨਹੀਂ ਚੱਲਿਆ ਕਿ ਸਾਡੀ ਹੈਸੀਅਤ ਕੀ ਹੈ, ਮੇਰੀ ਉਮਰ ਕਿੰਨੀ ਹੈ, ਮੇਰੀ ਰੰਗਤ ਕਿੱਦਾਂ ਦੀ ਹੈ? ਕੁਝ ਵੀ ਨਹੀਂ ਪਤਾ ਤੁਹਾਨੂੰ। ਮੇਰੀ ਮੰਨੋ ਤਾਂ ਦੋਨੋਂ ਦਫਾ ਹੋ ਜਾਓ ਇੱਥੋਂ, ਨਹੀਂ ਤਾਂ ਉਹ ਹਸ਼ਰ ਕਰਾਂਗੀ ਕਿ ਦੁਬਾਰਾ ਰਿਸ਼ਤਾ ਕਰਨ ਦੇ ਕਾਬਿਲ ਨਹੀਂ ਰਹੋਗੇ ਤੁਸੀਂ। ਉਸ ਔਰਤ ਨੇ ਕੰਨਾਂ ਨੂੰ ਹੱਥ ਲਗਾਏ ਅਤੇ ਬੋਲੀ, ਹਾਏ ਤੋਬਾ ਤੋਬਾ, ਕਿੰਨੀ ਲੰਬੀ ਜ਼ੁਬਾਨ ਹੈ ਇਸ ਲੜਕੀ ਦੀ। ਕੋਈ ਤਮੀਜ਼ ਨਾਮ ਦੀ ਚੀਜ਼ ਹੀ ਨਹੀਂ। ਭੂਆ ਤੂੰ ਘਰ ਚੱਲ ਮੇਰੇ ਨਾਲ, ਫਿਰ ਤੈਨੂੰ ਪੁੱਛਦੀ ਹਾਂ ਕਿੱਦਾਂ ਦੇ ਬਦਤਮੀਜ਼ਾਂ ਦੇ ਘਰ ਲੈ ਕੇ ਗਈ ਸੀ ਮੈਨੂੰ। ਉਹ ਦੋਨੋਂ ਔਰਤਾਂ ਬਾਹਰ ਨਿਕਲ ਗਈਆਂ। ਸੋਨੀਆ ਜ਼ਮੀਨ 'ਤੇ ਬੈਠ ਗਈ ਅਤੇ ਫੁੱਟ-ਫੁੱਟ ਕੇ ਰੋਣ ਲੱਗ ਪਈ। ਮੈਂ ਆਪਣੀਆਂ ਬੱਚੀਆਂ ਦੀ ਪਰਵਰਿਸ਼ ਬਹੁਤ ਵਧੀਆ ਕੀਤੀ ਸੀ। ਮੇਰੀ ਕਿਸੇ ਵੀ ਬੱਚੀ ਨੇ ਅੱਜ ਤੱਕ ਕਿਸੇ ਦੇ ਸਾਹਮਣੇ ਉੱਫ ਤੱਕ ਨਹੀਂ ਕੀਤਾ ਸੀ। ਬਦਤਮੀਜ਼ੀ ਕਰਨਾ ਤਾਂ ਬਹੁਤ ਦੂਰ ਦੀ ਗੱਲ ਸੀ, ਪਰ ਜੇਕਰ ਮੇਰੀ ਕੋਈ ਬੱਚੀ ਜਜ਼ਬਾਤ ਵਿੱਚ ਆ ਵੀ ਜਾਂਦੀ ਸੀ ਤਾਂ ਮੈਂ ਉਹਨਾਂ ਨੂੰ ਟੋਕ ਦਿੰਦੀ ਸੀ। ਪਰ ਅੱਜ ਮੈਂ ਉਸ ਨੂੰ ਨਹੀਂ ਟੋਕਿਆ। ਆਖਿਰ ਉਹ ਵੀ ਤਾਂ ਇੱਕ ਇਨਸਾਨ ਸੀ। 7 ਸਾਲਾਂ ਤੋਂ ਉਹ ਇਨਕਾਰ ਹੀ ਬਰਦਾਸ਼ਤ ਕਰਦੀ ਆ ਰਹੀ ਸੀ। ਮੈਂ ਸੋਨੀਆ ਦੇ ਸਿਰ 'ਤੇ ਹੱਥ ਫੇਰਿਆ ਅਤੇ ਕਿਹਾ, ਗਮ ਨਾ ਕਰ ਮੇਰੀ ਬੱਚੀ, ਰੱਬ ਸਭ ਠੀਕ ਕਰੇਗਾ। ਹੁਣ ਆ ਜੋ ਸਮੋਸੇ ਤੇ ਪਕੌੜੇ ਵਗੈਰਾ ਬਚੇ ਨੇ ਉਹ ਸਭ ਭੈਣਾਂ ਮਿਲ ਕੇ ਖਾ ਲਓ। ਮੈਂ ਆਪਣੀਆਂ ਬਾਕੀ ਬੱਚੀਆਂ ਨੂੰ ਵੀ ਆਵਾਜ਼ ਲਗਾ ਕੇ ਬਾਹਰ ਬੁਲਾ ਲਿਆ। ਸਾਡੇ ਘਰ ਜਦੋਂ ਵੀ ਕੋਈ ਇਨਕਾਰ ਕਰਕੇ ਜਾਂਦਾ ਤਾਂ ਸੋਗ ਦੀ ਲਹਿਰ ਜਿਹੀ ਛਾ ਜਾਂਦੀ ਸੀ। ਮੈਂ ਆਪਣੀਆਂ ਬੇਟੀਆਂ ਦੇ ਗਲੇ ਲੱਗ ਕੇ ਰੋਂਦੀ। ਮੈਂ ਉਹਨਾਂ ਨੂੰ ਕਹਿੰਦੀ, ਅਰਦਾਸ ਕਰੋ ਕਿ ਪਰਮਾਤਮਾ ਤੁਹਾਡੇ ਨਸੀਬ ਖੋਲ੍ਹ ਦੇਵੇ। ਪਰ ਮੈਂ ਅੱਜ ਬਿਲਕੁਲ ਵੀ ਨਾ ਰੋਈ ਸੀ। ਸ਼ਾਇਦ ਇਸ ਕਰਕੇ ਮੇਰੀਆਂ ਬੱਚੀਆਂ ਵੀ ਇੰਨੀਆਂ ਦੁਖੀ ਨਹੀਂ ਸੀ। ਸੋਨੀਆ ਹੱਸ ਕੇ ਬੋਲੀ, ਮੈਂ ਤਾਂ 2 ਸਮੋਸੇ ਖਾਵਾਂਗੀ ਕਿਉਂਕਿ ਮੈਂ ਸਭ ਤੋਂ ਜ਼ਿਆਦਾ ਮਿਹਨਤ ਕੀਤੀ ਸੀ। ਉਹ ਲੜਕੀਆਂ ਆਪਸ ਵਿੱਚ ਮਸ਼ਰੂਮ ਹੋ ਚੁੱਕੀਆਂ ਸੀ। ਫਿਰ ਮੈਨੂੰ ਅਹਿਸਾਸ ਹੋਇਆ ਕਿ ਜੇ ਲੋਕਾਂ ਨੇ ਮੇਰੀਆਂ ਬੇਟੀਆਂ ਦੇ ਨਾਲ ਬੁਰਾ ਕੀਤਾ ਹੈ ਤਾਂ ਵੀ ਉਹਨਾਂ ਦੇ ਨਾਲ ਘੱਟ ਬੁਰਾ ਨਹੀਂ ਕੀਤਾ। ਮੈਂ ਵੀ ਉਹਨਾਂ ਨੂੰ ਪਰੇਸ਼ਾਨ ਹੀ ਕੀਤਾ ਸੀ। ਅੱਜ ਜਦੋਂ ਮੈਂ ਇਹ ਮਾਮਲਾ ਰੱਬ ਦੇ ਉੱਤੇ ਛੱਡ ਦਿੱਤਾ ਤਾਂ ਖੁਦ ਵੀ ਸਕੂਨ ਨਾਲ ਬੈਠ ਗਈ ਅਤੇ ਬੱਚੀਆਂ ਵੀ ਖੁਸ਼ ਹੋ ਗਈਆਂ ਸੀ। ਉਦੋਂ ਹੀ ਸਾਡੇ ਘਰ ਦੇ ਦਰਵਾਜ਼ੇ 'ਤੇ ਦਸਤਕ ਹੋਈ ਅਤੇ ਮੈਂ ਜਲਦੀ ਨਾਲ ਉੱਠੀ ਤੇ ਜਾ ਕੇ ਦਰਵਾਜ਼ਾ ਖੋਲ੍ਹ ਦਿੱਤਾ। ਸਾਹਮਣੇ ਦਾ ਮੰਜ਼ਰ
ਜਿੱਥੇ ਹੈਰਾਨ ਕਰਨ ਵਾਲਾ ਸੀ ਉੱਥੇ ਹੀ ਦਿਲਚਸਪ ਵੀ ਸੀ। ਸਾਡੇ ਗਰੀਬ ਖਾਨੇ ਦੇ ਸਾਹਮਣੇ ਦੋ ਵੱਡੀਆਂ-ਵੱਡੀਆਂ ਗੱਡੀਆਂ ਆ ਕੇ ਖੜੀਆਂ ਹੋਈਆਂ ਸੀ, ਜਿਨ੍ਹਾਂ ਵਿੱਚੋਂ ਸ਼ਹਿਜ਼ਾਦੇ ਵਰਗੇ ਲੜਕੇ ਉਤਰੇ ਸੀ। ਉਹ ਇੱਧਰ-ਉੱਧਰ ਬੜੀ ਗੌਰ ਨਾਲ ਦੇਖ ਰਹੇ ਸੀ। ਐਦਾਂ ਲੱਗ ਰਿਹਾ ਸੀ ਜਿੱਦਾਂ ਉਹ ਗਲਤੀ ਨਾਲ ਇਸ ਛੋਟੀ ਜਿਹੀ ਗਲੀ ਵਿੱਚ ਆ ਗਏ ਹੋਣ। ਕਾਰ ਵਿੱਚੋਂ ਇੱਕ ਔਰਤ ਵੀ ਨਿਕਲੀ। ਉਹ ਮੇਰੇ ਵੱਲ ਵਧੀ ਅਤੇ ਬੋਲੀ, "ਰਮਾ ਤੁਹਾਡਾ ਹੀ ਨਾਮ ਹੈ?" ਮੈਂ ਜਲਦੀ ਨਾਲ ਇਸ ਗੱਲ 'ਤੇ ਸਿਰ ਹਿਲਾ ਦਿੱਤਾ ਤੇ ਬੋਲੀ, "ਜੀ ਜੀ, ਮੈਂ ਹੀ ਰਮਾ ਹਾਂ।" ਉਸ ਦੇ ਚਿਹਰੇ 'ਤੇ ਮੁਸਕਰਾਹਟ ਫੈਲ ਗਈ। ਉਹ ਬੋਲੀ, "ਸ਼ੁਕਰ ਹੈ ਤੁਹਾਡਾ ਘਰ ਮਿਲ ਗਿਆ। ਅਸੀਂ ਪਿਛਲੇ 1 ਘੰਟੇ ਤੋਂ ਇੱਧਰ-ਉੱਧਰ ਖੱਜਲ ਖੁਆਰ ਹੋ ਰਹੇ ਹਾਂ। ਤੁਸੀਂ ਸਾਨੂੰ ਅੰਦਰ ਆਉਣ ਦਾ ਨਹੀਂ ਕਹੋਗੇ?" ਮੈਂ ਇੱਕਦਮ ਨਾਲ ਬੌਖਲਾ ਗਈ। "ਜੀ ਜੀ, ਆਓ ਨਾ।" ਮੈਂ ਆਪਣੀਆਂ ਬੇਟੀਆਂ ਨੂੰ ਇਸ਼ਾਰਾ ਕੀਤਾ ਤਾਂ ਉਹ ਸਭ ਸਮੋਸੇ ਵਗੈਰਾ ਛੱਡ ਕੇ ਇੱਕ ਲਾਈਨ ਵਿੱਚ ਲੱਗ ਗਈਆਂ ਸੀ। ਰੇਖਾ ਨਾਮ ਦੀ ਔਰਤ, ਉਸਦਾ ਪਤੀ ਅਤੇ ਉਸਦੇ 7 ਬੇਟੇ ਸਾਡੇ ਘਰ ਆ ਚੁੱਕੇ ਸੀ। ਰੇਖਾ ਬੋਲੀ, "ਭੈਣ, ਮੈਂ ਸਾਫ਼ ਅਤੇ ਸਿੱਧੀ ਗੱਲ ਕਰਨ ਦੀ ਆਦੀ ਹਾਂ, ਇਸ ਕਰਕੇ ਤੁਹਾਡਾ ਜ਼ਿਆਦਾ ਸਮਾਂ ਨਹੀਂ ਲਵਾਂਗੀ। ਦਰਅਸਲ ਅਸੀਂ ਦੋਨੋਂ ਪਰਿਵਾਰ ਇੱਕ ਦੂਜੇ ਤੋਂ ਨਾਵਾਕਫ ਹਾਂ, ਪਰ ਕਿਉਂਕਿ ਰੱਬ ਨੇ ਮੈਨੂੰ 7 ਪੁੱਤਰਾਂ ਦੀ ਰਹਿਮਤ ਦਿੱਤੀ ਹੈ ਤਾਂ ਮੇਰੀ ਇਹੀ ਕੋਸ਼ਿਸ਼ ਸੀ ਕਿ ਮੈਂ ਇਹਨਾਂ ਦੇ ਇੱਦਾਂ ਦੇ ਘਰ ਵਿੱਚ ਵਿਆਹ ਕਰਾਂ ਜਿੱਥੇ 7 ਬੇਟੀਆਂ ਹੋਣ। ਮੈਂ ਜਗ੍ਹਾ-ਜਗ੍ਹਾ ਕਹਿ ਰੱਖਿਆ ਸੀ। ਅੱਜ ਹੀ ਇੱਕ ਰਿਸ਼ਤੇ ਵਾਲੀ ਔਰਤ ਨੇ ਮੈਨੂੰ ਤੁਹਾਡੇ ਘਰ ਦੇ ਬਾਰੇ ਦੱਸਿਆ ਸੀ। ਤੁਹਾਡੀਆਂ ਬੇਟੀਆਂ ਮੇਰੇ ਸਾਹਮਣੇ ਖੜੀਆਂ ਹਨ। ਤੁਹਾਡੇ ਘਰ ਤੋਂ ਤੁਹਾਡੀ ਮਾਲੀ ਹਾਲਤ ਸਾਫ਼ ਦਿਖ ਰਹੀ ਹੈ। ਮੈਂ ਬਸ ਇੰਨਾ ਹੀ ਕਹਿਣਾ ਚਾਹਾਂਗੀ ਕਿ ਮੈਨੂੰ ਤੁਹਾਡੀਆਂ ਬੇਟੀਆਂ ਬਹੁਤ ਪਸੰਦ ਆਈਆਂ ਹਨ।" ਫਿਰ ਉਸ ਔਰਤ ਨੇ ਆਪਣੇ ਬੇਟਿਆਂ ਦੇ ਵੱਲ ਇਸ਼ਾਰਾ ਕੀਤਾ ਤਾਂ ਉਹਨਾਂ ਮੁਸਕਰਾ ਕੇ ਆਪਣੀ ਮਾਂ ਦਾ ਹੁਕਮ ਮੰਨਣ ਦੀ ਹਾਮੀ ਭਰ ਦਿੱਤੀ। ਰੇਖਾ ਬੋਲੀ, "ਦਾਜ ਸਾਨੂੰ ਚਾਹੀਦਾ ਹੀ ਨਹੀਂ, ਕਿਉਂਕਿ ਰੱਬ ਦਾ ਦਿੱਤਾ ਬਹੁਤ ਕੁਝ ਹੈ ਸਾਡੇ ਕੋਲ। ਤੁਸੀਂ ਬਸ ਮੈਨੂੰ ਆਪਣੀਆਂ 7 ਬੇਟੀਆਂ ਦਾ ਰਿਸ਼ਤਾ ਦੇ ਦਿਓ।" ਮੈਂ ਹੱਕੀ-ਬੱਕੀ ਰਹਿ ਗਈ ਸੀ। ਐਦਾਂ ਲੱਗ ਰਿਹਾ ਸੀ ਜਿੱਦਾਂ ਮੈਂ ਕੋਈ ਸੁਪਨਾ ਦੇਖ ਰਹੀ ਹੋਵਾਂ। ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏ ਸੀ। ਮੈਂ ਕਿਹਾ, "ਭੈਣੇ ਕਿੱਦਾਂ? ਤੁਹਾਡਾ ਤੇ ਸਾਡਾ ਕੀ ਜੋੜ? ਇਹ ਤਾਂ ਮਖਮਲ ਵਿੱਚ ਟਾਟ ਦਾ ਟੁਕੜਾ ਲਗਾਉਣ ਵਾਲੀ ਗੱਲ ਹੋ ਜਾਵੇਗੀ।" ਉਹ ਔਰਤ ਨਾਰਾਜ਼ ਹੋ ਗਈ। ਉਹ ਬੋਲੀ, "ਰਮਾ, ਮੈਨੂੰ ਤੁਹਾਡੀ ਇਹ ਗੱਲ ਬਿਲਕੁਲ ਵੀ ਚੰਗੀ ਨਹੀਂ ਲੱਗੀ। ਤੁਸੀਂ ਆਪਣੀਆਂ ਬੇਟੀਆਂ ਦੇ ਬਾਰੇ ਇੱਦਾਂ ਦੇ ਅਲਫਾਜ਼ ਬਿਲਕੁਲ ਵੀ ਇਸਤੇਮਾਲ ਨਾ ਕਰੋ। ਤੁਸੀਂ ਬਸ ਇਹ ਲੜਕੀਆਂ ਮੈਨੂੰ ਦੇ ਦਿਓ ਤਾਂ ਕਿ ਮੈਂ ਇਹਨਾਂ ਦੀ ਮਾਂ ਬਣ ਜਾਵਾਂ। ਮੈਨੂੰ ਸ਼ੁਰੂ ਤੋਂ ਹੀ ਬੇਟੀਆਂ ਦਾ ਬਹੁਤ ਸ਼ੌਂਕ ਸੀ। ਬਸ ਇੱਕ ਬੇਟੀ ਦੀ ਚਾਹਤ ਵਿੱਚ ਬੇਟਿਆਂ ਦੀ ਲਾਈਨ ਲਗਾਉਂਦੀ ਗਈ।" ਮੈਂ ਮੁਸਕਰਾ ਕੇ ਬੋਲੀ, "ਭੈਣੇ, ਸਾਨੂੰ ਕੁਝ ਸੋਚਣ ਦਾ ਸਮਾਂ ਦਿਓ।" ਉਹ ਔਰਤ ਮੁਸਕਰਾ ਕੇ ਬੋਲੀ, "ਜ਼ਰੂਰ, ਪਰ ਸਾਨੂੰ ਹਾਂ ਵਿੱਚ ਹੀ ਜਵਾਬ ਮਿਲਣਾ ਚਾਹੀਦਾ।" ਉਹ ਸਭ ਉੱਠ ਕੇ ਚਲੇ ਗਏ ਸੀ, ਜਦਕਿ ਮੈਂ ਹੈਰਾਨ ਖੜੀ ਸੀ ਅਤੇ ਮੇਰੀਆਂ ਬੱਚੀਆਂ ਮੇਰੇ ਨਾਲੋਂ ਵੀ ਜ਼ਿਆਦਾ। ਸੋਨੀਆ ਦੀਆਂ ਅੱਖਾਂ ਤਾਂ ਵਰਸ ਰਹੀਆਂ ਸੀ। ਮੇਰੀ ਛੋਟੀ ਬੱਚੀ ਮੁਸਕਰਾ ਕੇ ਬੋਲੀ, "ਮਾਂ, ਹਾਂ ਕਹਿ ਦੇਣੀ ਸੀ ਨਾ, ਸੋਚਣਾ ਕੀ ਸੀ ਤੁਸੀਂ? ਕਿੰਨੇ ਤਾਂ ਪਿਆਰੇ ਸੀ ਉਸ ਔਰਤ ਦੇ ਬੇਟੇ।" ਮਾਂ ਜ਼ਰਾ ਗੁੱਸੇ ਨਾਲ ਆਪਣੀ ਬੇਟੀ ਨੂੰ ਕਿਹਾ, "ਸ਼ਰਮ ਨਹੀਂ ਆਉਂਦੀ ਆਪਣੀ ਮਾਂ ਦੇ ਸਾਹਮਣੇ ਇੱਦਾਂ ਦੀਆਂ ਗੱਲਾਂ ਕਰਦੇ ਹੋਏ?" ਮੈਂ ਬਹੁਤ ਹੈਰਾਨ ਸੀ ਕਿ ਆਖਿਰ ਉਹ ਔਰਤ ਮੇਰੀਆਂ ਬੇਟੀਆਂ ਦੇ ਲਈ ਮੰਨ ਕਿੱਦਾਂ ਗਈ। ਉਹ ਕੋਈ ਗਰੀਬ ਜਿਹੀ ਔਰਤ ਵੀ ਨਹੀਂ ਸੀ। ਖੈਰ, ਮੈਂ ਤੇ ਲੜਕੀਆਂ ਨੇ ਇਹੀ ਤੈਅ ਕੀਤਾ ਸੀ ਕਿ ਇਸ ਰਿਸ਼ਤੇ ਦੇ ਲਈ ਹਾਂ ਕਰ ਦਿੱਤੀ ਜਾਵੇ, ਕਿਉਂਕਿ ਮੇਰੀ ਵੱਡੀ ਬੇਟੀ ਸੋਨੀਆ ਨੇ ਜੋ ਕੁਝ ਸਹਿਆ ਸੀ, ਮੈਂ ਨਹੀਂ ਚਾਹੁੰਦੀ ਸੀ ਮੇਰੀਆਂ ਬਾਕੀ ਬੇਟੀਆਂ ਵੀ ਉਹ ਸਭ ਦੇਖਣ। ਅਗਲੀ ਸਵੇਰ ਮੇਰੇ ਦਿਲ 'ਤੇ ਕਿਆਮਤ ਉਦੋਂ ਟੁੱਟੀ ਜਦੋਂ ਮੈਨੂੰ ਖਿਆਲ ਆਇਆ ਕਿ ਉਹ ਔਰਤ ਤਾਂ ਮੈਨੂੰ ਕਿਸੇ ਤਰ੍ਹਾਂ ਦਾ ਵੀ ਰਾਬਤਾ ਨੰਬਰ ਵੀ ਨਹੀਂ ਦੇ ਕੇ ਗਈ। ਕਿਤੇ ਐਦਾਂ ਤਾਂ ਨਹੀਂ ਸੀ ਕਿ ਉਹ ਸਾਡੇ ਨਾਲ ਕੋਈ ਮਜ਼ਾਕ ਕਰਕੇ ਗਈ ਹੋਵੇ। ਮੈਂ ਇਸੇ ਸੋਚ ਵਿੱਚ ਪਈ ਸੀ ਕਿ ਸਾਡੇ ਘਰ ਦੇ ਦਰਵਾਜ਼ੇ 'ਤੇ ਦਸਤਕ ਹੋਈ। ਮੈਂ ਜਲਦੀ ਨਾਲ ਭੱਜ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਰੇਖਾ ਖੜੀ ਸੀ। ਉਹ ਬੋਲੀ, "ਭੈਣ, ਮੈਂ ਜਵਾਬ ਲੈਣ ਆਈ ਹਾਂ।" ਮੈਂ ਮੁਸਕਰਾ ਕੇ ਕਿਹਾ, "ਅੱਜ ਤੋਂ ਮੇਰੀਆਂ 7 ਲੜਕੀਆਂ ਤੁਹਾਡੀਆਂ ਹੋਈਆਂ।" ਰੇਖਾ ਬਹੁਤ ਖੁਸ਼ ਹੋਈ ਸੀ। ਉਹ ਬੋਲੀ, "ਸਾਨੂੰ ਸਾਰਿਆਂ ਨੂੰ ਵੀ ਇਹ ਰਿਸ਼ਤਾ ਦਿਲੋਂ ਜਾਨ ਤੋਂ ਕਬੂਲ ਹੈ, ਪਰ ਸਾਡੀ ਇੱਕ ਛੋਟੀ ਜਿਹੀ ਸ਼ਰਤ ਹੈ।" ਸ਼ਰਤ ਦਾ ਨਾਮ ਸੁਣ ਕੇ ਮੈਂ ਅੰਦਰੋਂ ਹਿੱਲ ਗਈ ਸੀ ਕਿ ਨਾ ਜਾਣੇ ਉਹ ਔਰਤ ਕੀ ਸ਼ਰਤ ਰੱਖ ਦੇਵੇਗੀ ਅਤੇ ਸਾਡੇ ਸਾਰੇ ਸੁਪਨੇ ਚਕਨਾਚੂਰ ਹੋ ਕੇ ਰਹਿ ਜਾਂਦੇ। ਮੈਂ ਕਿਹਾ, "ਜੀ ਜੀ, ਦੱਸੋ ਕੀ ਸ਼ਰਤ ਹੈ?" ਰੇਖਾ ਬੋਲੀ, "ਤੁਸੀਂ ਕਦੇ ਵੀ ਆਪਣੀ ਬੇਟੀਆਂ ਨੂੰ ਮਿਲਣ ਬਿਨਾਂ ਦੱਸੇ ਨਹੀਂ ਆਓਗੇ। ਹਮੇਸ਼ਾ ਫ਼ੋਨ ਕਰਕੇ ਸਾਨੂੰ ਦੱਸ ਕੇ ਹੀ ਆਓਗੇ।" ਮੈਂ ਹੱਸ ਪਈ ਅਤੇ ਕਿਹਾ, "ਬਸ ਐਨੀ ਕੁ ਗੱਲ? ਤੁਸੀਂ ਤਾਂ ਮੈਨੂੰ ਪਰੇਸ਼ਾਨ ਹੀ ਕਰ ਦਿੱਤਾ ਸੀ। ਮੈਂ ਸੋਚਿਆ ਨਾ ਜਾਣੇ ਤੁਸੀਂ ਕੀ ਸ਼ਰਤ ਰੱਖਣ ਵਾਲੇ ਹੋ। ਉਹ ਔਰਤ ਹੱਸਣ ਲੱਗ ਪਈ ਅਤੇ ਖੁਸ਼ੀ-ਖੁਸ਼ੀ ਵਿਆਹ ਦੀ ਤਾਰੀਖ ਦੇ ਕੇ ਆਪਣੇ ਘਰ ਨੂੰ ਚਲੀ ਗਈ। ਉਸਨੇ ਅਗਲੇ ਵੀਰਵਾਰ ਦੀ ਤਾਰੀਖ ਦਿੱਤੀ ਸੀ ਅਤੇ ਸਾਡੇ ਕੋਲੋਂ ਇਹ ਖੁਸ਼ੀ ਸੰਭਾਲੀ ਨਹੀਂ ਜਾ ਰਹੀ ਸੀ। ਮੈਂ ਤਾਂ ਇਸ ਗੱਲ ਤੋਂ ਉਦਾਸ ਸੀ ਕਿ ਥੋੜ੍ਹੇ ਹੀ ਦਿਨਾਂ 'ਚ ਮੇਰਾ ਭਰਿਆ ਭਰਾਇਆ ਘਰ ਖਾਲੀ ਹੋ ਜਾਵੇਗਾ। ਦੇਖਦੇ ਹੀ ਦੇਖਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਸੀ।
ਰੱਖੀ ਤਰੀਕ 'ਤੇ ਮੇਰੀਆਂ ਬੇਟੀਆਂ ਦੇ ਵਿਆਹ ਹੋ ਚੁੱਕੇ ਸੀ ਅਤੇ ਉਹ ਵਿਦਾ ਹੋ ਕੇ ਆਪਣੇ ਘਰ ਚਲੀਆਂ ਗਈਆਂ ਸੀ। ਮੈਂ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰਾਨਾ ਕੀਤਾ। ਰੇਖਾ ਨੇ ਕਿਹਾ ਸੀ ਕਿ ਹੁਣ ਤੁਸੀਂ ਬੇਫਿਕਰ ਰਹੋ, ਇਹ ਤੁਹਾਡੀਆਂ ਨਹੀਂ ਮੇਰੀਆਂ ਬੇਟੀਆਂ ਹਨ। ਮੈਂ ਵਿਆਹ ਤੋਂ ਅਗਲੇ ਦਿਨ ਆਪਣੀਆਂ ਬੇਟੀਆਂ ਨੂੰ ਮਿਲਣ ਜਾਣਾ ਚਾਹੁੰਦੀ ਸੀ, ਇਸ ਕਰਕੇ ਮੈਂ ਰੇਖਾ ਦੇ ਫ਼ੋਨ 'ਤੇ ਕਈ ਵਾਰ ਫ਼ੋਨ ਕੀਤਾ, ਪਰ ਹਰ ਵਾਰ ਨੰਬਰ ਬੰਦ ਹੀ ਆ ਰਿਹਾ ਸੀ, ਕਿਉਂਕਿ ਸਾਡੇ ਇੱਧਰ ਰਿਵਾਜ ਸੀ ਕਿ ਵਿਆਹ ਤੋਂ ਅਗਲੇ ਦਿਨ ਲੜਕੇ ਵਾਲੇ ਫੇਰਾ ਪਾਉਣ ਆਉਂਦੇ ਹਨ। ਉਹਨਾਂ ਨੇ ਪਹਿਲਾਂ ਹੀ ਮਨਾ ਕਰ ਦਿੱਤਾ ਸੀ, ਇਸ ਕਰਕੇ ਮੈਂ ਸੋਚਿਆ ਕਿ ਮੈਂ ਹੀ ਜਾ ਕੇ ਆਪਣੀ ਬੇਟੀਆਂ ਨੂੰ ਮਿਲ ਆਉਂਦੀ ਹਾਂ। ਫ਼ੋਨ ਨਹੀਂ ਮਿਲਿਆ ਤਾਂ ਮੈਂ ਰਿਕਸ਼ੇ ਵਿੱਚ ਬੈਠ ਕੇ ਰੇਖਾ ਦੇ ਆਲੀਸ਼ਾਨ ਘਰ ਪਹੁੰਚ ਗਈ ਸੀ। ਮੈਂ ਚੌਕੀਦਾਰ ਨੂੰ ਕਿਹਾ ਮੈਂ ਆਪਣੀਆਂ ਬੇਟੀਆਂ ਨੂੰ ਮਿਲਣ ਆਈ ਹਾਂ। ਚੌਕੀਦਾਰ ਘਰ ਦੇ ਅੰਦਰ ਇਜਾਜ਼ਤ ਲੈਣ ਤਾਂ ਚਲਾ ਗਿਆ, ਪਰ ਵਾਪਸ ਆ ਕੇ ਬੋਲਿਆ, ਰੇਖਾ ਮੇਮ ਸਾਹਿਬ ਨੇ ਇਜਾਜ਼ਤ ਨਹੀਂ ਦਿੱਤੀ। ਉਹ ਕਹਿ ਰਹੀ ਹੈ ਕਿ ਵਿਆਹ ਤੋਂ ਪਹਿਲਾਂ ਅਸੀਂ ਸਿਰਫ ਇੱਕ ਹੀ ਸ਼ਰਤ ਰੱਖੀ ਸੀ, ਤੁਸੀਂ ਉਹ ਵੀ ਨਿਭਾ ਨਹੀਂ ਸਕੇ। ਤੁਸੀਂ ਘਰ ਜਾ ਕੇ ਫ਼ੋਨ 'ਤੇ ਮੇਰੇ ਕੋਲੋਂ ਇਜਾਜ਼ਤ ਲਵੋ, ਤਾਂ ਹੀ ਤੁਹਾਨੂੰ ਤੁਹਾਡੀਆਂ ਬੇਟੀਆਂ ਦੇ ਨਾਲ ਮਿਲਣ ਦੇਵਾਂਗੀ। ਚੌਕੀਦਾਰ ਦੀਆਂ ਗੱਲਾਂ ਸੁਣ ਕੇ ਮੇਰਾ ਦਿਲ ਬੁੱਝ ਜਿਹਾ ਗਿਆ ਸੀ। ਇਹ ਸਭ ਤਾਂ ਮੈਂ ਕਿਤੇ ਨਹੀਂ ਦੇਖਿਆ ਸੀ। ਦਿਲ ਵਿੱਚ ਖਿਆਲ ਆਇਆ ਕਿ ਰੇਖਾ ਨੇ ਮੇਰੇ ਨਾਲ ਇਹ ਸਲੂਕ ਸਿਰਫ ਇਸ ਕਰਕੇ ਕੀਤਾ ਹੈ ਕਿਉਂਕਿ ਅਸੀਂ ਬੇਮਾਇਆ ਲੋਕ ਹਾਂ। ਖੈਰ, ਆਪਣੇ ਅੱਥਰੂ ਸਾਫ਼ ਕੀਤੇ ਅਤੇ ਉਹਨਾਂ ਦੇ ਘਰ ਤੋਂ ਦੂਰ ਜਾ ਕੇ ਮੈਂ ਦੁਬਾਰਾ ਰੇਖਾ ਨੂੰ ਫ਼ੋਨ ਲਗਾਇਆ। ਇਸ ਵਾਰ ਉਸ ਨਾਲ ਰਾਬਤਾ ਹੋ ਗਿਆ ਸੀ। ਮੈਂ ਉਹਦੇ ਕੋਲੋਂ ਮਿਲਣ ਦੀ ਇਜਾਜ਼ਤ ਲਈ ਤਾਂ ਉਸ ਨੂੰ ਸ਼ਰਮਿੰਦਗੀ ਜਿਹੀ ਮਹਿਸੂਸ ਹੋਈ। ਮੈਂ ਦੁਬਾਰਾ ਤੋਂ ਉਹਨਾਂ ਦੇ ਘਰ ਗਈ। ਰੇਖਾ ਦਾ ਘਰ ਦੇਖ ਕੇ ਤਾਂ ਮੇਰੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਹੀ ਰਹਿ ਗਈਆਂ ਸੀ, ਪਰ ਸਭ ਤੋਂ ਜ਼ਿਆਦਾ ਖੁਸ਼ੀ ਮੈਨੂੰ ਆਪਣੀਆਂ ਬੇਟੀਆਂ ਨੂੰ ਦੇਖ ਕੇ ਹੋਈ ਸੀ। ਐਦਾਂ ਲੱਗ ਰਿਹਾ ਸੀ ਜਿੱਦਾਂ ਉਹੀ ਇਸ ਮਹਿਲ ਵਰਗੇ ਘਰ ਦੀਆਂ ਮਾਲਕਣ ਹੋਣ। ਉਹ ਸਭ ਸੋਨੇ ਦਿਆਂ ਗਹਿਣਿਆਂ ਨਾਲ ਲੱਦੀਆਂ ਪਈਆਂ ਸੀ, ਮਹਿੰਗੇ ਲਿਬਾਸ ਪਾਈ ਉਹ ਮੁਸਕਰਾ ਕੇ ਗੱਲਾਂ ਕਰ ਰਹੀਆਂ ਸੀ। ਮੇਰੀਆਂ ਅੱਖਾਂ ਨੂੰ ਸਕੂਨ ਮਿਲ ਗਿਆ ਸੀ। ਇਹ ਮੰਜ਼ਰ ਦੇਖ ਕੇ ਮੈਂ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਉਹ ਹੁਣ ਇਸ ਘਰ ਵਿੱਚ ਹੀ ਆਪਣਾ ਦਿਲ ਲਗਾਉਣ, ਨਾ ਕਿ ਰੋਜ਼ ਮੂੰਹ ਚੱਕ ਕੇ ਮਾਂ ਦੇ ਘਰ ਆ ਜਾਣ। ਰੇਖਾ ਨੇ ਮੇਰਾ ਹੱਥ ਫੜ ਕੇ ਮੈਨੂੰ ਤਸੱਲੀ ਦਿੱਤੀ ਸੀ ਕਿ ਤੁਸੀਂ ਬਿਲਕੁਲ ਵੀ ਫਿਕਰ ਨਾ ਕਰੋ, ਮੈਂ ਤੁਹਾਡੀਆਂ ਬੇਟੀਆਂ ਦਾ ਬਹੁਤ ਧਿਆਨ ਰੱਖਾਂਗੀ। ਮੈਂ ਖੁਸ਼ੀ-ਖੁਸ਼ੀ ਘਰ ਵਾਪਸ ਜਾਣ ਲੱਗੀ ਤਾਂ ਸਭ ਤੋਂ ਛੋਟੀ ਬੇਟੀ ਮੇਰੇ ਗਲੇ ਲੱਗ ਕੇ ਰੋਣ ਲੱਗ ਪਈ। ਉਹ ਬੋਲੀ, ਮਾਂ ਮੈਨੂੰ ਤੁਹਾਡੀ ਬਹੁਤ ਯਾਦ ਆਉਂਦੀ ਹੈ, ਮੈਨੂੰ ਤੁਹਾਡੇ ਨਾਲ ਜਾਣਾ ਹੈ। ਮੈਂ ਹੱਸ ਕੇ ਕਿਹਾ, ਹਾਂ ਬੇਟੀ, ਤੂੰ ਆਪਣੇ ਪਤੀ ਦੇ ਨਾਲ ਆ ਜਾਣਾ ਘਰ। ਮੈਂ ਉਸ ਨੂੰ ਖੁਦ ਤੋਂ ਪਰੇ ਕਰਨ ਲੱਗ ਪਈ ਤਾਂ ਮੇਰੀ ਨਜ਼ਰ ਆਪਣੀ ਬੇਟੀ ਦੇ ਸੜੇ ਹੱਥ 'ਤੇ ਪਈ ਸੀ। ਮੇਰੀ ਰੂਹ ਕੰਬ ਕੇ ਰਹਿ ਗਈ ਸੀ। ਮੈਂ ਕਿਹਾ, ਬੇਟੀ ਇਹ ਸਭ ਕੀ ਹੈ? ਸੋਨੀਆ ਜਲਦੀ ਨਾਲ ਅੱਗੇ ਵੱਧ ਕੇ ਬੋਲੀ, ਮਾਂ ਤੁਸੀਂ ਬਿਲਕੁਲ ਬੇਫਿਕਰ ਰਹੋ, ਮੈਂ ਇੱਥੇ ਮੌਜੂਦ ਹਾਂ। ਪਰ ਮੈਂ ਇਹ ਸਭ ਕਿੱਦਾਂ ਬਰਦਾਸ਼ਤ ਕਰ ਸਕਦੀ ਸੀ? ਮੈਂ ਆਪਣੀ ਛੋਟੀ ਬੇਟੀ ਨੂੰ ਕਿਹਾ, ਬੇਟੀ ਮੈਨੂੰ ਦੱਸ ਕੀ ਹੋਇਆ ਹੈ? ਮੇਰੀ ਬੇਟੀ ਹੱਸ ਕੇ ਬੋਲੀ, ਮਾਂ ਤੁਸੀਂ ਫਿਕਰ ਕਿਉਂ ਕਰਦੇ ਹੋ? ਮੈਂ ਆਪਣੇ ਪਤੀ ਦੇ ਲਈ ਖਾਣਾ ਗਰਮ ਕਰਨ ਲੱਗੀ ਸੀ ਤਾਂ ਇਹ ਗੈਸ ਇਸਤੇਮਾਲ ਕਰਨਾ ਹੀ ਨਾ ਆਇਆ, ਇਸ ਕਰਕੇ ਬਸ। ਮੈਂ ਪਰੇਸ਼ਾਨ ਹੋ ਗਈ ਸੀ। ਉਦੋਂ ਹੀ ਕਮਰੇ 'ਚੋਂ ਮੇਰੀ ਛੋਟੀ ਬੇਟੀ ਦਾ ਪਤੀ ਬਾਹਰ ਆ ਗਿਆ ਸੀ। ਮੈਂ ਉਸ ਨੂੰ ਕਿਹਾ, ਬੇਟਾ ਇਹ ਮੇਰੀ ਸਭ ਤੋਂ ਛੋਟੀ ਅਤੇ ਲਾਡਲੀ ਔਲਾਦ ਹੈ, ਇਸ ਦਾ ਬਹੁਤ ਖਿਆਲ ਰੱਖਣਾ। ਉਹ ਬੋਲਿਆ, ਮੰਮੀ ਜੀ ਤੁਸੀਂ ਬੇਫਿਕਰ ਰਹੋ। ਮੈਂ ਆਪਣੇ ਘਰ ਵਾਪਸ ਆ ਗਈ ਸੀ, ਪਰ ਦਿਲ ਉੱਥੇ ਕਿਤੇ ਹੀ ਉਲਝ ਕੇ ਰਹਿ ਗਿਆ ਸੀ। ਮੈਂ ਬੜੀ ਗਰੀਬੀ ਵਿੱਚ ਆਪਣੀਆਂ ਬੇਟੀਆਂ ਪਾਲੀਆਂ ਸੀ। ਮੈਂ ਨਹੀਂ ਚਾਹੁੰਦੀ ਸੀ ਕਿ ਉਹਨਾਂ ਦੇ ਨਾਲ ਕਿਸੇ ਵੀ ਕਿਸਮ ਦੀ ਕੋਈ ਜਾਤੀ ਹੋਵੇ। ਆਂਢ ਗੁਆਂਢ ਦੀਆਂ ਸਾਰੀਆਂ ਔਰਤਾਂ ਮੈਨੂੰ ਮੁਬਾਰਕਾਂ ਦੇਣ ਆਉਂਦੀਆਂ, ਪਰ ਮੈਨੂੰ ਖੁਸ਼ੀ ਨਾ ਹੁੰਦੀ। ਮੈਂ ਇਸ ਗੱਲ ਤੋਂ ਵੀ ਪਰੇਸ਼ਾਨ ਸੀ ਕਿ ਮੇਰੀਆਂ ਬੇਟੀਆਂ ਇੰਨੇ ਵੱਡੇ ਘਰ ਵਿੱਚ ਵਿਆਹੀਆਂ ਗਈਆਂ ਸੀ, ਪਰ ਕਿਸੇ ਇੱਕ ਦੇ ਕੋਲ ਵੀ ਆਪਣਾ ਅਲੱਗ ਮੋਬਾਈਲ ਨਹੀਂ ਸੀ। ਵਿਆਹ ਦੇ 2 ਹਫ਼ਤਿਆਂ ਬਾਅਦ ਮੈਂ ਰੇਖਾ ਨੂੰ ਆਪਣੇ ਘਰ ਦਾਵਤ ਦਿੱਤੀ। ਮੈਂ ਚਾਹੁੰਦੀ ਸੀ ਕਿ ਇੱਕ ਵਾਰ ਮੇਰੇ ਸੱਤੇ ਜਵਾਈ ਮੇਰੇ ਘਰ ਆਉਣ, ਪਰ ਰੇਖਾ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਉਹ ਸਭ ਤਾਂ ਕਿਤੇ ਬਾਹਰ ਘੁੰਮਣ ਗਏ ਹੋਏ ਨੇ। ਮੈਨੂੰ ਇਹ ਗੱਲ ਬਹੁਤ ਅਜੀਬ ਲੱਗੀ ਸੀ। ਦਿਲ ਵੀ ਬਹੁਤ ਦੁਖਿਆ ਸੀ ਕਿ ਬਾਹਰ ਘੁੰਮਣ ਜਾਣ ਤੋਂ ਪਹਿਲਾਂ ਮੇਰੀਆਂ ਬੇਟੀਆਂ ਨੇ ਮੇਰੇ ਨਾਲ ਗੱਲ ਤੱਕ ਕਰਨੀ ਵੀ ਜ਼ਰੂਰੀ ਨਾ ਸਮਝੀ। ਚਲੋ ਬਾਕੀਆਂ ਦੀ ਤਾਂ ਖੈਰ ਹੈ, ਪਰ ਮੇਰੀ ਛੋਟੀ ਬੇਟੀ ਮੇਰੇ ਨਾਲ ਗੱਲ ਕੀਤੇ ਬਿਨਾਂ ਕਿੱਦਾਂ ਜਾ ਸਕਦੀ ਸੀ? ਮੇਰੇ ਦਿਲ ਵਿੱਚ ਖਿਆਲ ਆਇਆ ਕਿ ਸ਼ਾਇਦ ਮੇਰੀਆਂ ਬੇਟੀਆਂ ਆਪਣੇ ਸਹੁਰੇ ਰਹਿ ਕੇ ਮੇਰੇ ਵਰਗੀ ਗਰੀਬ ਮਾਂ ਨਾਲ ਗੱਲ ਕਰਨ 'ਚ ਝਿਜਕਦੀਆਂ ਹੋਣਗੀਆਂ। ਖੈਰ, ਮੈਂ ਵਕਤ ਬੇਵਕਤ ਫ਼ੋਨ ਕਰਕੇ ਰੇਖਾ ਨਾਲ ਗੱਲ ਕਰਦੀ ਰਹਿੰਦੀ ਸੀ। ਉਹ ਕਹਿੰਦੀ ਹੁੰਦੀ ਸੀ ਕਿ ਭੈਣ ਫਿਕਰ ਨਾ ਕਰ, ਤੇਰੀਆਂ ਬੇਟੀਆਂ ਆਪਣੇ ਆਪਣੇ ਪਤੀਆਂ ਦੇ ਨਾਲ ਬਹੁਤ ਖੁਸ਼ ਹਨ, ਉਹ ਅਜੇ ਤੱਕ ਵਾਪਸ ਹੀ ਨਹੀਂ ਆਈਆਂ ਹਨ। ਐਦਾਂ ਹੀ ਕਰਦੇ ਕਰਾਉਂਦੇ 2 ਮਹੀਨੇ ਦਾ ਸਮਾਂ ਬੀਤ ਗਿਆ ਸੀ। ਹੁਣ ਮੇਰੇ ਦਿਲੋਂ ਦਿਮਾਗ ਵਿੱਚ ਘੰਟੀਆਂ ਵੱਜਣ ਲੱਗ ਪਈਆਂ ਸੀ। ਮੈਂ ਸੋਚਿਆ, ਹੁਣ ਬਹੁਤ ਹੋ ਗਿਆ, ਮੈਂ ਹਰ ਹਾਲ ਵਿੱਚ ਆਪਣੀਆਂ ਬੇਟੀਆਂ ਨੂੰ ਮਿਲ ਕੇ ਹੀ ਰਹਾਂਗੀ। ਇਸ ਕਰਕੇ ਮੈਂ ਬਿਨਾਂ ਦੱਸੇ ਹੀ ਰੇਖਾ ਦੇ ਘਰ ਚਲੀ ਗਈ ਸੀ। ਚੌਕੀਦਾਰ ਨੇ ਮੈਨੂੰ ਦੇਖਿਆ
ਤਾਂ ਬੋਲਿਆ, ਮੈਂ ਘਰੋਂ ਇਜਾਜ਼ਤ ਲੈ ਕੇ ਤੁਹਾਨੂੰ ਦੱਸਦਾ ਹਾਂ। ਮੈਂ ਇੱਕਦਮ ਨਾਲ ਹੀ ਚੌਕੀਦਾਰ ਦੇ ਕਦਮਾਂ ਵਿੱਚ ਡਿੱਗ ਪਈ ਸੀ ਅਤੇ ਰੋਂਦੀ ਹੋਈ ਬੋਲੀ, ਤੈਨੂੰ ਰੱਬ ਦਾ ਵਾਸਤਾ ਮੈਨੂੰ ਅੱਜ ਨਾ ਰੋਕਣਾ। ਜੇ ਮੈਂ ਅੱਜ ਆਪਣੀਆਂ ਬੱਚੀਆਂ ਨੂੰ ਨਾ ਮਿਲੀ ਤਾਂ ਮੈਂ ਮਰ ਜਾਵਾਂਗੀ। ਉਹ ਚੌਕੀਦਾਰ ਬਹੁਤ ਪਰੇਸ਼ਾਨ ਹੋ ਗਿਆ ਸੀ। ਉਹ ਬੋਲਿਆ, ਭੈਣੇ, ਜੇ ਮੈਂ ਤੈਨੂੰ ਅੰਦਰ ਭੇਜ ਦਿੱਤਾ ਤਾਂ ਮੇਰੀ ਨੌਕਰੀ ਚਲੀ ਜਾਊਗੀ। ਜੇ ਤੁਸੀਂ ਰੱਬ ਦਾ ਵਾਸਤਾ ਦਿੱਤਾ ਹੈ ਤਾਂ ਮੈਂ ਰੱਬ ਦੇ ਨਾਮ 'ਤੇ ਆਪਣੀ ਨੌਕਰੀ ਕੁਰਬਾਨ ਕਰਦਾ ਹਾਂ। ਜਾਓ, ਜਾ ਕੇ ਮਿਲ ਲਓ ਆਪਣੀਆਂ ਬੇਟੀਆਂ ਨੂੰ। ਮੈਂ ਜਲਦੀ ਨਾਲ ਘਰ ਦੇ ਵੱਲ ਭੱਜੀ ਸੀ। ਮੈਂ ਅੰਦਰ ਦਾਖਲ ਹੋਈ ਤਾਂ ਸਾਹਮਣੇ ਦਾ ਮੰਜ਼ਰ ਦੇਖ ਕੇ ਮੇਰੀ ਰੂਹ ਤੱਕ ਕੰਬ ਗਈ ਸੀ। ਮੇਰੀਆਂ ਬੇਟੀਆਂ ਨੌਕਰਾਣੀਆਂ ਦੇ ਵਾਂਗ ਕੰਮ ਕਰ ਰਹੀਆਂ ਸੀ। ਉਹਨਾਂ ਨੇ ਪੁਰਾਣੇ ਜਿਹੇ ਕੱਪੜੇ ਪਾਏ ਹੋਏ ਸੀ। ਇੱਕ ਦੇ ਹੱਥ ਵਿੱਚ ਝਾੜੂ ਸੀ ਤੇ ਦੂਜੀ ਰਸੋਈ ਵਿੱਚ ਲੱਗੀ ਹੋਈ ਸੀ। ਮੇਰੀ ਛੋਟੀ ਬੇਟੀ ਆਪਣੇ ਪਤੀ ਦੇ ਨਾਲ ਸੋਫੇ 'ਤੇ ਬੈਠੀ ਹੋਈ ਸੀ, ਪਰ ਬਹੁਤ ਹੀ ਘਬਰਾਈ ਹੋਈ ਸੀ। ਵਾਰ-ਵਾਰ ਆਪਣੀ ਸੱਸ ਦੇ ਵੱਲ ਦੇਖ ਰਹੀ ਸੀ। ਮੈਂ ਇੱਕਦਮ ਨਾਲ ਗਰਜ ਕੇ ਬੋਲੀ, ਇਹ ਸਭ ਕੀ ਹੋ ਰਿਹਾ ਹੈ? ਇੱਥੇ ਸਾਰੇ ਮੇਰੇ ਵੱਲ ਦੇਖਣ ਲੱਗ ਪਏ ਸੀ। ਮੇਰੀ ਛੋਟੀ ਬੇਟੀ ਭੱਜ ਕੇ ਮੇਰੇ ਵੱਲ ਆਈ ਤੇ ਮੈਨੂੰ ਲਿਪਟ ਕੇ ਰੋਣ ਲੱਗ ਪਈ। ਮੇਰੀਆਂ ਬਾਕੀ ਬੱਚੀਆਂ ਵੀ ਮੇਰੇ ਨਾਲ ਆ ਕੇ ਲੱਗ ਗਈਆਂ ਸੀ। ਮੈਂ ਬਹੁਤ ਗੁੱਸੇ ਵਿੱਚ ਲਲਕਾਰ ਕੇ ਬੋਲੀ, ਰੇਖਾ, ਤੈਨੂੰ ਸ਼ਰਮ ਨਹੀਂ ਆਈ? ਤੂੰ ਮੇਰੇ ਕੋਲੋਂ ਮੇਰੀਆਂ ਬੇਟੀਆਂ ਦੂਰ ਕਰ ਦਿੱਤੀਆਂ, ਆਪਣੇ ਘਰ ਲਿਆ ਕੇ ਇਹਨਾਂ ਨੂੰ ਨੌਕਰਾਣੀਆਂ ਬਣਾ ਦਿੱਤਾ। ਕਿਸ ਚੀਜ਼ ਦੀ ਕਮੀ ਸੀ ਤੇਰੇ ਕੋਲ? ਕੀ ਹੁੰਦਾ ਜੇ ਤੂੰ ਤਨਖਾਹ 'ਤੇ ਕਿਸੇ ਨੂੰ ਕੰਮ 'ਤੇ ਰੱਖ ਲੈਂਦੀ? ਪਰ ਹੁਣ ਬਸ, ਮੈਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੀ। ਮੈਂ ਲੈ ਕੇ ਜਾ ਰਹੀ ਹਾਂ ਆਪਣੀਆਂ ਬੇਟੀਆਂ ਨੂੰ ਇੱਥੋਂ। ਇੱਕ ਗੱਲ ਯਾਦ ਰੱਖਣਾ, ਮੈਂ ਇਹਨਾਂ ਦਾ ਤਲਾਕ ਲੈ ਕੇ ਹੀ ਰਹਾਂਗੀ। ਰੇਖਾ ਇੱਕਦਮ ਨਾਲ ਪਰੇਸ਼ਾਨ ਹੋ ਗਈ। ਉਸਨੇ ਮੇਰੇ ਅੱਗੇ ਆ ਕੇ ਹੱਥ ਜੋੜ ਦਿੱਤੇ। ਉਹ ਬੋਲੀ, ਰਮਾ, ਇੰਨਾ ਵੱਡਾ ਫੈਸਲਾ ਕਰਨ ਤੋਂ ਪਹਿਲਾਂ ਇੱਕ ਵਾਰ ਮੇਰੀ ਗੱਲ ਸੁਣ ਲੈ। ਜਿਸ ਤਰ੍ਹਾਂ ਤੂੰ ਆਪਣੀ ਮਮਤਾ ਦੇ ਹੱਥੋਂ ਮਜਬੂਰ ਆ, ਮੈਂ ਵੀ ਮਜਬੂਰ ਸੀ। ਇਹ ਸਭ ਮੈਂ ਮਜਬੂਰੀ ਦੇ ਤਹਿਤ ਹੀ ਕੀਤਾ ਸੀ। ਦਰਅਸਲ ਗੱਲ ਇਹ ਹੈ ਕਿ ਜਦੋਂ ਮੈਂ 7 ਬੇਟਿਆਂ ਨੂੰ ਜਨਮ ਦਿੱਤਾ ਤਾਂ ਸਾਰਿਆਂ ਦੀਆਂ ਨਜ਼ਰਾਂ ਮੈਨੂੰ ਲੱਗ ਗਈਆਂ ਸੀ। ਉਦੋਂ ਮੈਂ ਬੁਰੀ ਨਜ਼ਰ ਦਾ ਸ਼ਿਕਾਰ ਤਾਂ ਹੋਈ ਹੀ ਸੀ, ਪਰ ਇੱਕ ਔਰਤ ਨੇ ਮੇਰੇ ਅਤੇ ਮੇਰੇ ਬੇਟਿਆਂ ਦੇ ਉੱਪਰ ਕਾਲਾ ਜਾਦੂ ਕਰਵਾ ਦਿੱਤਾ ਸੀ। ਉਸ ਦਿਨ ਤੋਂ ਬਾਅਦ ਮੇਰੇ ਬੱਚਿਆਂ ਨੇ ਬਹੁਤ ਤਕਲੀਫਾਂ ਬਰਦਾਸ਼ਤ ਕੀਤੀਆਂ ਹਨ। ਇਹ ਸਭ ਹਰ ਵੇਲੇ ਬਿਮਾਰ ਹੀ ਰਹਿੰਦੇ ਸੀ। ਮੈਂ ਇੱਕ ਪੀਰ ਬਾਬਾ ਦੇ ਕੋਲ ਤੋੜ ਦੇ ਲਈ ਗਈ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਜੇ ਮੈਂ ਆਪਣੇ 7 ਬੇਟਿਆਂ ਦਾ ਵਿਆਹ ਵੀਰਵਾਰ ਦੇ ਦਿਨ ਐਦਾਂ ਦੇ ਘਰ ਕਰਾਂ ਜਿੱਥੇ 7 ਲੜਕੀਆਂ ਹੋਣ ਤਾਂ ਮੇਰੇ ਬੇਟਿਆਂ 'ਤੇ ਕੀਤਾ ਜਾਦੂ ਟੁੱਟ ਜਾਵੇਗਾ, ਨਹੀਂ ਤਾਂ ਮੇਰੇ 7 ਬੇਟੇ ਅੱਗੇ ਪਿੱਛੇ ਮਰ ਜਾਣਗੇ। ਪਰ ਤੂੰ ਖੁਦ ਹੀ ਸੋਚ ਕਿ ਮੈਂ ਐਦਾਂ ਦਾ ਘਰਾਣਾ ਕਿੱਥੋਂ ਲੱਭਦੀ। ਪੀਰ ਬਾਬਾ ਨੇ ਕਿਹਾ ਸੀ ਕਿ ਉਹਨਾਂ ਲੜਕੀਆਂ ਨੂੰ ਵੀ ਪੂਰੇ ਸਾਲ ਦੇ ਲਈ ਘਰ ਹੀ ਰੱਖਣਾ ਹੋਵੇਗਾ, ਨਹੀਂ ਤਾਂ ਉਹਨਾਂ ਉੱਪਰ ਵੀ ਜਾਦੂ ਹੋ ਜਾਵੇਗਾ। ਮੈਂ ਬੜੀ ਮੁਸ਼ਕਲ ਨਾਲ ਐਦਾਂ ਦਾ ਘਰਾਣਾ ਲੱਭਿਆ ਸੀ ਜਿੱਥੇ 7 ਲੜਕੀਆਂ ਸੀ। ਰਮਾ, ਤੂੰ ਖੁਦ ਹੀ ਦੇਖ, ਤੇਰੀਆਂ ਬੇਟੀਆਂ ਦਾ ਕੋਈ ਜੋੜ ਹੈ ਮੇਰੇ ਬੇਟਿਆਂ ਦੇ ਨਾਲ? ਨਹੀਂ ਨਾ, ਇਹ ਤਾਂ ਮੈਂ ਸਿਰਫ ਮਜਬੂਰੀ ਵਿੱਚ ਕੀਤਾ ਸੀ। 1 ਸਾਲ ਪੂਰਾ ਹੋਣ ਤੋਂ ਬਾਅਦ ਮੈਂ ਇਹਨਾਂ ਨੂੰ ਤਲਾਕ ਦਵਾ ਦੇਵਾਂਗੀ, ਪਰ ਉਦੋਂ ਤੱਕ ਤੂੰ ਇਹਨਾਂ ਨੂੰ ਇੱਥੇ ਹੀ ਰਹਿਣ ਦੇ। ਮੈਂ ਗੁੱਸੇ 'ਚ ਕਿਹਾ, ਤੈਨੂੰ ਐਦਾਂ ਦੀਆਂ ਗੱਲਾਂ ਕਰਦੇ ਸ਼ਰਮ ਆਉਣੀ ਚਾਹੀਦੀ ਹੈ। ਉਦੋਂ ਹੀ ਮੇਰੀ ਛੋਟੀ ਬੇਟੀ ਦਾ ਪਤੀ ਬੋਲਿਆ, ਮਾਂ, ਮੈਂ ਤਾਂ ਆਪਣੀ ਪਤਨੀ ਨੂੰ ਹਰਗਿਜ਼ ਤਲਾਕ ਨਹੀਂ ਦੇਵਾਂਗਾ। ਮੇਰੀ ਪਤਨੀ ਵਿੱਚ ਤਾਂ ਕੋਈ ਐਬ ਨਹੀਂ ਹੈ। ਉਦੋਂ ਹੀ ਸੋਨੀਆ ਦਾ ਪਤੀ ਬੋਲਿਆ, ਮਾਂ, ਮੈਂ ਇਹ ਸਭ ਇਸ ਕਰਕੇ ਬਰਦਾਸ਼ਤ ਕਰ ਰਿਹਾ ਸੀ ਕਿਉਂਕਿ ਤੁਸੀਂ ਕਾਲੇ ਜਾਦੂ ਦਾ ਤੋੜ ਕਰਨਾ ਚਾਹ ਰਹੇ ਸੀ, ਕਿਉਂਕਿ ਮੈਂ ਆਪਣੇ ਭਰਾਵਾਂ ਨੂੰ ਮਰਦੇ ਨਹੀਂ ਦੇਖ ਸਕਦਾ ਸੀ। ਪਰ ਇੱਕ ਗੱਲ ਯਾਦ ਰੱਖਣਾ, ਜਿੱਦਾਂ ਹੀ ਇਹ ਜਾਦੂ ਵਗੈਰਾ ਖਤਮ ਹੋਵੇਗਾ, ਮੈਂ ਆਪਣੀ ਪਤਨੀ ਨੂੰ ਪੂਰੀ ਇੱਜ਼ਤ ਨਾਲ ਆਪਣੇ ਘਰ ਰੱਖਾਂਗਾ। ਰੇਖਾ ਦੇ ਬਾਕੀ ਬੇਟਿਆਂ ਨੇ ਵੀ ਮੇਰੇ ਸਾਹਮਣੇ ਹੱਥ ਜੋੜ ਦਿੱਤੇ। ਉਹ ਬੋਲੇ, ਅਸੀਂ ਵੀ ਸਿਰਫ ਇਸ ਕਰਕੇ ਹੀ ਚੁੱਪ ਸੀ ਕਿਉਂਕਿ ਅਸੀਂ ਜਾਦੂ ਦਾ ਤੋੜ ਚਾਹੁੰਦੇ ਸੀ, ਨਹੀਂ ਤਾਂ ਸਾਨੂੰ ਤਾਂ ਆਪਣੀਆਂ ਪਤਨੀਆਂ ਪਸੰਦ ਹਨ। ਉਸ ਦਿਨ ਰੇਖਾ ਨੇ ਮੇਰੇ ਕੋਲੋਂ ਮਾफ़ੀ ਮੰਗ ਲਈ ਸੀ। ਉਹ ਬੋਲੀ, ਰਮਾ, ਤੂੰ ਜਦੋਂ ਚਾਹੇ ਆਪਣੀਆਂ ਬੇਟੀਆਂ ਨੂੰ ਆ ਕੇ ਮਿਲ ਸਕਦੀ ਆਂ। ਬਸ ਥੋੜ੍ਹੇ ਮਹੀਨੇ ਹੋਰ ਰਹਿ ਗਏ ਹਨ, ਇਹਨਾਂ ਨੂੰ ਆਪਣੇ ਨਾਲ ਨਾ ਲੈ ਕੇ ਜਾਣਾ। ਮੈਂ ਆਪਣੀਆਂ ਬੇਟੀਆਂ ਨੂੰ ਪੁੱਛਿਆ ਤਾਂ ਉਹ ਬੋਲੀਆਂ, ਸਾਡੇ ਪਤੀ ਬਹੁਤ ਚੰਗੇ ਹਨ, ਉਹ ਤਾਂ ਬਸ ਆਪਣੀ ਮਾਂ ਦੀ ਖਾਤਰ ਚੁੱਪ ਰਹਿੰਦੇ ਹਨ। ਮੇਰੀਆਂ ਬੱਚੀਆਂ ਖੁਸ਼ ਸੀ ਤਾਂ ਭਲਾ ਮੈਂ ਉਹਨਾਂ ਦਾ ਘਰ ਕਿਉਂ ਖਰਾਬ ਕਰਦੀ। ਇਸ ਕਰਕੇ ਮੈਂ ਚੁੱਪਚਾਪ ਆਪਣੇ ਘਰ ਵਾਪਸ ਆ ਗਈ ਸੀ। ਮੇਰੀਆਂ ਬੱਚੀਆਂ ਨੂੰ ਮੋਬਾਈਲ ਫੋਨ ਵੀ ਦੇ ਦਿੱਤੇ ਗਏ ਸੀ। ਹੁਣ ਉਹ ਮੇਰੇ ਨਾਲ ਅਕਸਰ ਗੱਲਾਂ ਕਰਦੀਆਂ ਰਹਿੰਦੀਆਂ ਸੀ। ਮੈਂ ਵੀ ਵਕਤ ਬੇ-ਵਕਤ ਉਹਨਾਂ ਨੂੰ ਮਿਲ ਆਉਂਦੀ ਸੀ। ਹੁਣ ਉਹ ਮਹਾਰਾਣੀਆਂ ਦੇ ਵਾਂਗ ਰਹਿੰਦੀਆਂ ਸੀ ਕਿਉਂਕਿ ਰੇਖਾ ਜਾਣ ਗਈ ਸੀ ਕਿ ਮੇਰੀਆਂ ਬੱਚੀਆਂ ਲਾਵਾਰਸ ਨਹੀਂ ਹਨ। ਅੱਜ ਕੱਲ੍ਹ ਦਾ ਦੌਰ ਹੀ ਇੱਦਾਂ ਦਾ ਹੈ, ਜੋ ਜਿੰਨਾ ਸ਼ਰੀਫ ਹੁੰਦਾ ਹੈ ਲੋਕ ਉਸ ਨੂੰ ਓਨਾ ਹੀ ਦਬਾ ਕੇ ਰੱਖਦੇ ਹਨ। ਮੇਰੀ ਤਾਂ ਇਹੀ ਸਲਾਹ ਹੈ ਕਿ ਆਪਣੀਆਂ ਵਿਆਹੀਆਂ ਹੋਈਆਂ ਬੇਟੀਆਂ ਨੂੰ ਸਹੁਰਿਆਂ ਦੇ ਰਹਿਮੋ ਕਰਮ 'ਤੇ ਛੱਡਣ ਤੋਂ ਬਿਹਤਰ ਹੈ ਕਿ ਉਹਨਾਂ ਦੀ ਖਬਰਸਾਰ ਲੈਂਦੇ ਰਹਿਣਾ ਚਾਹੀਦਾ, ਤਾਂ ਕਿ ਸਹੁਰਾ ਪਰਿਵਾਰ ਵਾਲੇ ਉਹਨਾਂ ਨਾਲ ਕੁਝ ਬੁਰਾ ਕਰਨ ਤੋਂ ਪਹਿਲਾਂ
100 ਵਾਰ ਸੋਚਣ। ਤਾਂ ਦੋਸਤੋ, ਤੁਹਾਡੇ ਇਸ ਬਾਰੇ ਕੀ ਵਿਚਾਰ ਹਨ? ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਧੰਨਵਾਦ ਜੀ।